ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 52 52 ਪੌੜੀ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵੜੀਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰੇਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚ ਲਿਆਂਦਾ। ਆਓ ਭਾਈ ਸਾਰੇ ਮਿਲ ਕੇ ਉਹਦੀ ਕੁਦਰਤ ਦੀ ਰਹਿਮਤ ਲਈਏ, ਪ੍ਰਭੂ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ। ਪਹਿਲਾਂ ਸੱਚ ਦਾ ਗਿਆਨ ਲਈਏ, ਸਮਝੀਏ ਅਰਦਾਸ ਕੀ ਹੈ, ਕੀ ਮੰਗਣਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਜੋ ਕੁਦਰਤ ਤੋਂ ਬਿਨਾਂ ਅਸੀਂ ਮੰਗਦੇ ਹਾਂ ਸਾਡੀ ਮੱਤ ਨਾਲ, ਉਹ ਦੁੱਖ ਮੰਗਦੇ ਹਾਂ ਭਾਈ, ਫਿਰ ਦੁੱਖ ਤਾਂ ਆਉਣਗੇ ਹੀ ਉਹ ਚੋਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਹੈ ਭਾਈ, ਹੁਕਮ। ਆਤਮਾ ਆਪਦੇ ਮੂਲ ਨੂੰ ਵਿਛੜ ਗਈ ਹੈ, ਇਹਦੀ ਖੁਆਰੀ ਹੈ ਭਾਈ, ਭਟਕਦੀ ਫਿਰਦੀ ਹੈ। ਇਹ ਮਾਇਆ ਚੋਂ ਲੱਭਦੀ ਹੈ ਸੱਚ ਨੂੰ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਦੇਖਿਆ ਆਪਾਂ ਕਿੱਡੇ ਕਿੱਡੇ ਉੱਚੇ ਉੱਚੇ ਰਾਜਪਾਟ, ਉੱਚੇ ਰੁਤਬੇ ਕੀ ਕਰਦੇ ਨੇ ਜੀਵੋ ਦੀ ਖਾਤਰ। ਜੀਵੇ ਜੀਵ ਨੂੰ ਮਾਰ ਰਿਹਾ ਵਾ। ਸਮਝ ਨਹੀਂ ਆ ਰਹੀ ਸਾਨੂੰ, ਬਿਨ ਗੁਰ ਸਮਝ ਨਾ ਆਵੇ। ਸਮਝ ਨਹੀਂ ਆਉਣੀ ਭਾਈ ਆਪਾਂ ਨੂੰ। ਆਪਣੀ ਆਪਣੀ ਮੱਤ ਨਾਲ ਆਪਾਂ ਬਾਣੀ ਨੂੰ ਅਰਥਾ ਰਹੇ ਹਾਂ, ਤਹੀਂ ਤੋਂ ਕਰਾਏ ਪਏ ਹੋਏ ਆਪਾਂ। ਕਿੱਥੇ ਗੁਰ ਕੀ ਮੱਤ, ਕਿੱਥੇ ਸਾਡੀ ਮੱਤ। ਫਿਰ ਵੀ ਅਸੀਂ ਬਰਾਬਰੀ ਕਰਦੇ ਹਾਂ। ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਇੱਥੇ ਆਪਾਂ ਸਮਝਣਾ ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚ ਲੈਂਦਾ। ਚਿੱਤ ਤੋਂ ਭਾਵ ਅੰਤਰਾਤਮਾ ਦੀ ਆਵਾਜ਼। ਆਪਾਂ ਵੀ ਕਈ ਵਾਰੀ ਵਿਚਾਰ ਕਰਦੇ ਹਾਂ, ਜਦੋਂ ਸ਼ਾਂਤ ਹੁੰਦੇ ਹਾਂ, ਕਿਸੇ ਕੰਮ ਨੂੰ ਆਪਣਾ ਮਨ ਨਹੀਂ ਮੰਨਦਾ, ਦਿਲ ਨਹੀਂ ਮੰਨਦਾ। ਆਪਾਂ ਕਹਿੰਦੇ ਮੇਰਾ ਦਿਲ ਨਹੀਂ ਮੰਨਦਾ। ਮਨ ਤਾਂ ਮੰਨਦਾ, ਦਿਲ ਨਹੀਂ ਮੰਨਦਾ। ਜਦੋਂ ਅੰਦਰੋਂ ਹੁਕਮ ਬੁੱਧੀ ਅੰਦਰ ਜੁੜਦੀ ਹੈ, ਉਹ ਫਿਰ ਸੱਚੇ ਹੀ ਨਹੀਂ ਸਾਡਾ ਕੰਮ ਹੋਣਾ ਹੁੰਦਾ, ਉਹ ਗਲਤ ਰਾਹ ਹੁੰਦਾ ਸਾਡਾ। ਜੇ ਅਸੀਂ ਅੰਤਰਾਤਮਾ ਨਾਲ ਜੁੜੇ ਰਹੀਏ ਤਾਂ ਫਿਰ ਜੀਵਨ 'ਚ ਕਦੇ ਵੀ ਧੋਖਾ ਨਹੀਂ ਖਾ ਸਕਦੇ। ਬਾਣੀ ਸਾਨੂੰ ਉਹੀ ਉਪਦੇਸ਼ ਕਰ ਰਹੀ ਹੈ। ਸਾਰੀ ਬਾਣੀ ਗੁਰ ਉਪਦੇਸ਼ ਹੈ, ਗਿਆਨ ਦੇ ਰਾਹੀਂ ਆਪਾਂ ਨੂੰ ਸਮਝਾ ਰਹੀ ਹੈ। ਉਹ ਨਿਰਾਕਾਰ ਦੁਨੀਆ ਨੂੰ, ਭਾਵ ਆਕਾਰ ਤੋਂ ਰਹਿਤ, ਜੋ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਫਿਰ ਵੀ ਅਸੀਂ ਹਟ ਜੋ ਕਰਦੇ ਹਾਂ, ਤਪ ਜੋ ਕਰਦੇ ਹਾਂ। ਆਪਦੀ ਮੱਤ ਨਾਲ ਪ੍ਰਾਪਤੀ ਚਾਹੁੰਦੇ ਨਹੀਂ ਪਾਈ, ਉਹ ਅਸੀਂ ਫਿਰ ਗਲਤ ਰਾਹ ਪੈ ਜਾਂਦੇ ਹਾਂ। ਜੇ ਅਸੀਂ ਮਨ ਦੇ ਪਿੱਛੇ ਚੱਲਦੇ ਰਹਿੰਦੇ ਹਾਂ, ਫਿਰ ਉਹ ਤਾਂ ਵਿਛੜਿਆ ਹੋਇਆ ਭਾਈ। ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਏ। ਵਿਛੜੇ ਤਾਂ ਹੈਗੇ ਹੀ ਆ ਭਾਈ। ਫਿਰ ਆਪਾਂ ਚੋਟਾਂ ਕਾਹਦੀਆਂ, ਜੰਮਣ ਮਰਨ ਦੀਆਂ, ਸੰਸਾਰੀ ਦੁੱਖ ਕਲਪਦੇ ਚਲੇ ਜਾਂਦੇ ਹਾਂ। ਕੁਛ ਟਾਈਮ ਥੋੜ੍ਹਾ ਚੰਗਾ ਲੱਗਦਾ ਸਾਨੂੰ, ਸਰੀਰ ਤਰਲ ਜਵਾਨੀ ਹੁੰਦੀ ਆ ਉਦੋਂ, ਬਾਅਦ 'ਚ ਬੁਢਾਪਾ ਆ ਜਾਂਦਾ, ਫਿਰ ਪਛਤਾਉਂਦੇ ਹਾਂ। ਸਮਾਂ ਨਿਕਲ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ ਜਨ ਸਮਾਂ ਆ ਜਾਂਦਾ। ਬਾਬਾ ਫਰੀਦ ਜੀ ਦਾ ਵੀ ਆਪਾਂ ਸਲੋਕ ਲੈ ਲਈਏ, ਥੋੜ੍ਹਾ ਆਪਾਂ ਨੂੰ ਸਮਝਣ ਨੂੰ ਹੋਰ ਸਖਾਲਾ ਹੋ ਜਾਊਗਾ। ਫਰੀਦਾ ਦੋਹੂ ਦੇਵੀ ਬੁਲੰਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਟ ਲੂਟਿਆ, ਦੀਵੜੇ ਗਿਆ ਬਜਾਏ। ਮਲਕ ਹੁਕਮ ਜਦੋਂ ਆਉਂਦਾ ਹੈ, ਦੋਨੇ ਦੀਵੇ ਬੁੱਝ ਜਾਂਦੇ ਨੇ ਭਾਈ। ਇਹ ਟੁੱਟਦੇ ਨਹੀਂ, ਬੁੱਝ ਜਾਂਦੇ ਨੇ। ਬੁਝਾਏ ਲਿਖਿਆ, ਦੀਵੜੇ ਗਿਆ ਬੁਝਾਏ। ਫਿਰ ਦੂਈ ਜੋਨੀ ਦੇ ਜਾਂਦੇ ਹਾਂ ਅਸੀਂ, ਫਿਰ ਸ਼ੁਰੂ ਹੋ ਜਾਂਦੇ ਆ, ਫਿਰ ਦੀਵੇ ਚੱਲਦੇ, ਫਿਰ ਕਲਪਨਾ ਚੱਲਦੀ ਹੈ। ਬਸ ਐਂ 84 ਲੱਖ ਦੇ ਗੇੜ 'ਚ ਜੀਵ ਪਿਆ ਹੋਇਆ ਵਾ। ਇਹ ਮਨੁੱਖਾ ਦੇ ਹੀ ਮਿਲੀ ਹੈ। ਹੁਣ ਲਾਸਟ ਪੌੜੀ, ਆਪਣਾ ਛੁਟਕਾਰਾ ਹੋਣਾ ਇੱਥੋਂ। ਜੋ ਨਰ ਪੌੜੀ 'ਤੇ ਚੁੱਕੇ, ਚੁੱਕ ਕੇ ਫਿਰ ਜੰਮਣ ਮਰਨ ਨੂੰ ਚਲੇ ਜਾਵਾਂ। ਸਰੀਰ ਕਰਕੇ ਜੋ ਰਸਕਸ ਅਸੀਂ ਮਾਣ ਰਹੇ ਹਾਂ, ਸੰਸਾਰੀ ਵਡਿਆਈਆਂ, ਸਾਰੀ ਉਹਦੀ ਕਿਰਪਾ ਵਾ। ਅਸੀਂ ਇੱਕ ਦੂਏ ਦੇ ਉੱਪਰ ਜ਼ਰੂਰ ਵਿਰੋਧ ਕਰਦੇ ਹਾਂ। ਸਾਡੇ ਨਾਲ ਉਸਨੇ ਆਹ ਕੀਤਾ, ਐਂ ਕਿਉਂ ਕੀਤਾ, ਕਾਹਤੇ ਕੀਤਾ, ਚੰਗਾ ਕੀਤਾ, ਮਾੜਾ ਕੀਤਾ। ਇਹ ਸਾਡੀ ਸੰਸਾਰੀ ਬੁੱਧੀ ਹੈ।
ਬਾਣੀ ਇਹ ਤੋਂ ਪਰਾਂ ਦਾ ਵਿਸ਼ਾ ਵਾ। ਪਰਾਂ ਤੋਂ ਭਾਵ ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜਿਹੜਾ ਆਤਮਾ ਦਾ ਪ੍ਰੀਤਮ ਆ ਉਹ ਮਾਇਆ ਤੋਂ ਪਰੇ ਹੈ, ਪਾਰ। ਗੁਰ ਸ਼ਬਦ ਨਾਲ ਉੱਥੇ ਆਪਾਂ ਪਹੁੰਚਣਾ। ਗੁਰ ਸ਼ਬਦ ਦੇ ਗਿਆਨ ਨਾਲ ਜਦੋਂ ਮਨ ਟਿਕ ਜਾਂਦਾ ਹੈ, ਮਨ ਨੂੰ ਮੁਕਤੀ ਮਿਲ ਜਾਂਦੀ ਹੈ, ਜਦੋਂ ਸੰਤੋਖ ਆ ਜਾਂਦਾ ਹੈ। ਮਨ ਦੀ ਮੁਕਤੀ ਕੀ ਹੈ? ਕਲਪਨਾ ਰਹਿਤ ਹੋ ਜਾਣਾ, ਇੱਛਾ ਰਹਿਤ ਹੋ ਜਾਣਾ, ਇਹ ਮੁਕਤੀ ਹੈ ਭਾਈ। ਪਰ ਗਿਆਨ ਤੋਂ ਬਿਨਾਂ ਕਿਵੇਂ ਹੋ? ਇਹ ਦੋ ਪਦਾਰਥ ਆਪਾਂ ਨੂੰ ਮਿਲ ਜਾਂਦੇ ਨੇ ਸੰਤੋਖ ਤੱਕ। ਫਿਰ ਉਸ ਤੋਂ ਬਾਅਦ ਅਸੀਂ ਦੇਵਲੋਕ ਪਹੁੰਚਦੇ ਹਾਂ। ਧਿਆਨ ਕਰਕੇ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁ ਜਲੇ ਕੀਤੀ ਛੁੱਟੀ ਨਾਲ। ਉਹ ਧਿਆਨ ਦੀ ਦੁਨੀਆ ਮਾ ਫਿਰ ਇਹ ਗਿਆਨ ਹੀ ਧਿਆਨ ਬਣ ਜਾਂਦਾ ਹੈ। ਇਹ ਦੇਵਲੋਕ 'ਚੋਂ ਅਸੀਂ ਆਉਂਦੇ ਹਾਂ, ਦੇਵਲੋਕ ਹੀ ਫਿਰ ਜਿਵੇਂ ਆਏ ਹਾਂ ਉਵੇਂ ਹੀ ਜਾਣਾ ਵਾ। ਦੇਵਲੋਕ 'ਚ ਹੀ ਸਾਰੀ ਖੇਲ ਚੱਲ ਰਹੀ ਹੈ। ਉੱਥੋਂ ਹੀ ਤਾਂ ਜੰਮਣ ਮਰਨ ਨੂੰ ਆਉਂਦੇ ਹਾਂ, ਇੱਥੋਂ ਘੁੰਮ ਕੇ ਵੀ ਉੱਥੇ ਹੀ ਜਾਣਾ ਵਾ। ਜੇ ਆਪਾਂ ਸਰੀਰ 'ਚ ਰਹਿੰਦੇ ਰਹਿੰਦੇ ਹੋਏ ਮੂੰਹ ਮਾਇਆ ਦਾ ਤਿਆਗ ਕਰਕੇ ਆਪਣੇ ਘਰ ਪਹੁੰਚ ਗਏ, ਫਿਰ ਤਾਂ ਆਪਾਂ ਨੂੰ ਮੁਕਤੀ ਮਿਲ ਗਈ। ਫਿਰ ਤਾਂ ਜੰਮਣ ਮਰਨ ਤੋਂ ਛੁਟਕਾਰਾ ਹੋ ਗਿਆ, ਕਿਉਂਕਿ ਉੱਥੇ ਦਰਸ਼ਨ ਤਾਂ ਹੋਣਾ ਹੀ ਆਪਾਂ ਨੂੰ, ਹੁਕਮ ਦਾ, ਨਾਮ ਦਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਪਰ ਇਸ ਤਾਂ ਸਾਰੀਆਂ ਡਿਗਰੀਆਂ ਇੱਥੇ ਪ੍ਰਾਪਤ ਕਰੀ ਬੈਠੇ ਤਾਂ ਮ੍ਰਿਤ ਲੋਕ ਹੈ ਭਾਈ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਤਾਂ ਛੱਡੀ ਹੋਈ ਹੈ, ਬਾਣੀ ਵਿਚਾਰ ਤਾਂ ਛੱਡੀ ਹੋਈ। ਸਾਜਣਾ ਕੀ ਨੇ ਜੀਵਨ? ਕਲਪਨਾ ਤਾਂ ਕਾਲ ਹੈ, ਇਹ ਤੋਂ ਬਚਣਾ ਆਪਾਂ। ਫਰੀਦਾ ਦੋਹੂ ਦੀਵੀ ਵਲੰਦਿਆਂ, ਇੱਕ ਮਨ ਦਾ, ਇੱਕ ਅੰਤਰਾਤਮਾ ਦੀ। ਇਹ ਦੋ ਦੀਵੇ ਨੇ ਭਾਈ। ਇਹਨੂੰ ਚੰਦ ਸੂਰਜ ਵੀ ਕਿਹਾ ਹੈ, ਮਨ ਨੂੰ ਚੰਦਰਮਾ ਕਿਹਾ ਹੈ, ਅੰਤਰਾਤਮਾ ਸੂਰਜ ਕਿਹਾ ਹੈ। ਅੰਤਰਾਤਮਾ ਦੀ ਜਿਹੜੀ ਆਵਾਜ਼ ਆ ਉਹ ਸੂਰਜ ਵੰਸੀ ਹੈ, ਮਨ ਚੰਦਰ ਵੰਸੀ ਹੈ। ਉਹ ਵੀ ਬਾਹਰ ਬੜੇ ਭੁਲੇਖੇ ਖਾਦੇ। ਉੱਧਰ ਨੂੰ ਨਹੀਂ ਆਪਾਂ ਜਾਣਾ। ਆਪਾਂ ਤਾਂ ਸੱਚ ਦਾ ਦਰਸ਼ਨ ਕਰ ਰਹੇ ਹਾਂ। ਇੰਨਾ ਸਮਾਂ ਕਿੱਥੇ ਆਪਣੇ ਕੋਲੇ? ਉਹ ਤਾਂ ਫਾਸਣ ਕੀ ਵਿਧੀਆਂ ਨੇ ਸਾਰੀਆਂ, ਆਪਾਂ ਕੀ ਲੈਣਾ ਉਹ ਤੋਂ? ਆਪਾਂ ਛੁੱਟਣਾ ਕਿਵੇਂ? ਉਹ ਆਪਣੇ ਕੋਲ ਹੈ ਹੀ ਹੈ। ਜੇ ਆਪਾਂ ਗੁਰਮਤਿ ਨਾਲ ਜੁੜੇ ਹੋਏ ਹਾਂ, ਗੁਰ ਕੇ ਚਰਨ ਬਾਣੀ ਨਾਲ ਜੁੜੇ ਹਾਂ, ਵਿਚਾਰ ਕਰ ਰਹੇ ਹਾਂ, ਇਦੋਂ ਪਰੇ ਤਾਂ ਹੈ ਹੀ ਕੁਛ ਨਹੀਂ। ਫਿਰ ਇਦੋਂ ਪਰੇ ਤਾਂ ਆਪ ਹੀ ਹੈ ਉਹ। ਇਸ ਦੇ ਉੱਪਰ ਨਾ ਹੀ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਸੋ ਟਲ ਗੁਰ ਸੇਵੀਏ, ਇਹ ਹੈ ਸੇਵਾ। ਅਟਲ ਤੋਂ ਭਾਵ ਅੱਗੇ ਆਪ ਹੀ ਹੈ। ਫਿਰ ਉਹ ਗੁਰੂ ਹੈ। ਗੁਰ ਪਹਿਲਾਂ ਆਪਾਂ ਗਿਆਨ ਲੈਣਾ ਹੈ, ਫਿਰ ਗੁਰਦਰਸ਼ਨ ਹੈ, ਫਿਰ ਗੁਰੂ ਦਰਸ਼ਨ ਹੈ। ਪਰ ਆਪਾਂ ਤਾਂ ਸਿੱਧਾ ਹੀ ਸਾਰਾ ਕੁਛ ਭਾਲਦੇ ਹਾਂ। ਕਿਵੇਂ ਸ੍ਰਿਸ਼ਟੀ ਨੂੰ ਚਲਾ ਰਿਹਾ, ਕਿਵੇਂ ਪ੍ਰਤਪਾਲ ਕਰ ਰਿਹਾ, ਉਹੀ ਸਤਿਗੁਰ ਆਪਾਂ ਨੂੰ ਸਮਝਾਉਂਦੇ ਆ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਉਂਦਾ। ਨਦਰ ਭਾਵ ਦੇਖ ਰਿਹਾ ਹੈ, ਸਾਰਿਆਂ ਦੀ ਪ੍ਰਤਪਾਲ ਕਰ ਰਿਹਾ ਵਾ। ਸਾਨੂੰ ਨਹੀਂ ਉਹਦਾ ਗਿਆਨ। ਸਾਨੂੰ ਹੁਣ ਗਿਆਨ ਹੋਣਾ ਉਹ ਕੁਦਰਤ ਦੀ ਸ਼ਕਤੀ ਦਾ। ਜਿਵੇਂ ਜਿਵੇਂ ਗਿਆਨ ਹੁੰਦਾ ਹੈ, ਸਾਡੀਆਂ ਇੱਛਾ ਜਿਹੜੀਆਂ ਹੈਗੀਆਂ ਮਰ ਜਾਂਦੀਆਂ ਨੇ। ਹੰਕਾਰ ਸਾਡਾ ਮਰ ਜਾਂਦਾ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਪੈਲ। ਜਿਹੜੀ ਹਉਮੈ ਦੀ ਸਾਡੀ ਅੰਦਰ ਰੇਸ ਲੱਗੀ ਹੁੰਦੀ ਹੈ, ਸਭ ਤੋਂ ਵੱਡਾ ਬਣਨ ਦੀ ਉਹ ਖਤਮ ਹੋ ਜਾਂਦੀ ਹੈ। ਜੇ ਨਹੀਂ ਹੋਊਗੀ ਤਾਂ ਫਿਰ ਕਾਲ ਸਿਰ 'ਤੇ ਹੈਗਾ ਹੀ ਹੈ। ਕਹੋ ਕਬੀਰ ਤਭੀ ਨਰ ਜਾਗੇ, ਜਬ ਜਮ ਕਾ ਡੰਡ ਮੂੜ ਮੇ ਲਾਗੇ। ਫਿਰ ਪਤਾ ਲੱਗ ਜੂ, ਉਹ ਤਾਂ ਲੱਗਣਾ ਹੀ ਲੱਗਣਾ। ਸਾਡਾ ਜਾਣ ਨੂੰ ਜੀ ਨਹੀਂ ਕਰਦਾ ਇੱਥੇ, ਤਾਂ ਕੀ ਹੈ? ਤਾਂ ਮ੍ਰਿਤ ਲੋਕ ਹੈ, ਛੱਡਣਾ ਪੈਣਾ ਆਪਾਂ ਨੂੰ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰਹੇ, ਉਸਨੇ ਨਹੀਂ ਬਖਸ਼ਣਾ ਭਾਈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਦਾ। ਅੰਤਰਾਤਮਾ ਦੀ ਆਵਾਜ਼ ਨੂੰ ਚਿੱਤ ਗਿਆ, ਉੱਥੇ ਹੁਕਮ ਹੁੰਦਾ ਵਾ। ਉਹ ਹੁਕਮ ਹੀ ਤਾਂ ਨਾਮ ਹੈ ਭਾਈ। ਉਹੀ ਤਾਂ ਸ੍ਰਿਸ਼ਟੀ ਦਾ ਪ੍ਰਤਪਾਲਕ ਹੈ, ਸਰਵ ਵਿਆਪੀ। ਉਹ ਸੱਚਖੰਡ 'ਚੋਂ ਆਉਂਦਾ ਵਾ। ਇਹ ਤਰੀਕੇ ਨਾਲ ਸਾਡਾ ਜੀਵਨ ਚੱਲ ਰਿਹਾ। ਜਿਨ ਜੀਓ ਪਿੰਡ ਦੀ ਆ ਰਿਝ ਘਬਰਾਵੇ, ਸਭ ਘਟ ਭੀਤਰ ਹਾੜ ਚਲਾਵੇ। ਤਾਂ ਸਾਡਾ ਹਾੜ, ਸਾਹ ਚੱਲਦਾ ਹੈ, ਸਰੀਰ ਚੱਲਦਾ ਹੈ। ਜੋ ਅਸੀਂ ਸੰਸਾਰੀ ਕੰਮਕਾਰ ਕਰ ਰਹੇ ਹਾਂ, ਉਹ ਵੀ ਤਾਂ ਉਹਦੀ ਕਿਰਪਾ ਹੀ ਹੈ। ਫਰੀਦਾ ਦੋਹੂ ਦੀਵੀ ਬੁਲੰਦਿਆਂ ਤੋਂ ਵੀ ਇਹੀ ਭਾਲ। ਮਲਕ ਬੈਠਾ ਹੈ, ਹੁਕਮ ਆਊ। ਫਿਰ ਜੇ ਕਲਪਨਾ ਚੱਲਦੀ ਰਹੀ, ਇੱਕ ਹੋ ਗਏ, ਫਿਰ ਆਪਾਂ ਆਪਦੇ ਘਰ ਪਹੁੰਚ ਜਾਵਾਂਗੇ। ਇੱਕ ਹੋਏ ਤਾਂ ਉਗਵੇ, ਰੁੱਤੀ ਹੋ ਰੁੱਤ ਹੋਏ। ਰੁੱਤ ਤਾਂ ਭਾਈ ਉਦੋਂ ਹੀ ਹੋਊਗੀ ਜਦੋਂ ਇੱਕ ਹੋਵਾਂਗੇ। ਸੰਸਾਰੀ ਪਾਲ ਲਊਗਾ ਸਾਡਾ, ਜਿਹੜਾ ਮਾਇਆ ਦਾ ਚੜ੍ਹਿਆ ਹੋਇਆ। ਇਹ ਆਪਾਂ ਸਰੀਰ 'ਚ ਰਹਿੰਦੇ ਰਹਿੰਦੇ ਪ੍ਰਾਪਤੀ ਕਰਨੀ। ਹੁਣ ਅੱਗੇ ਵਿਚਾਰ ਲੈਣੇ ਸਤਿਗੁਰ ਆਪਾਂ ਨੂੰ ਕੀ ਸਮਝਾਉਂਦੇ ਆ। ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲੈਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰੈਂਦਾ। 84 ਲੱਖ ਜੋਨ ਪਾਈ ਮਾਨੁ ਕੋ ਦੀ ਵਡਿਆਈ। 84 ਲੱਖ ਜੋਨੀ ਉਹਦੀ ਕਿਰਪਾ ਨਹੀਂ ਚੜ੍ਹਦਾ ਆਇਆ। ਉਹਦੀ ਕਿਰਪਾ ਤੋਂ ਬਿਨਾਂ ਆਪਾਂ ਪੌੜੀ ਚੜ੍ਹ ਹੀ ਨਹੀਂ ਸਕਦੇ ਹੈਗੇ। ਕਿੱਥੋਂ ਪਤਾ ਲੱਗਦਾ ਆਪਾਂ ਨੂੰ? ਗੁਰਸ਼ਬਦ ਦੇ ਗਿਆਨ ਤੋਂ। ਸਤਿਗੁਰੂ ਜਾਗਤਾ ਹੈ ਦਿਓ। ਸਤਿਗੁਰੂ ਦੀ ਹੁਕਮ ਨਾਲ ਜਾਗਦਾ ਹੈ। ਮਨ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ। ਉਹੀ ਤਾਂ ਮੌਤ ਹੈ ਇਹਦੀ। ਹੁਣ ਇਹਨੇ ਫਿਰ ਸੌਂ ਜਾਣਾ ਇੱਥੇ ਆ ਕੇ। ਹੁਣ ਮਾਇਆ ਸੁੱਤਾ ਪਿਆ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਨਹੀਂ ਭਾਈ, ਗਲਤੀ ਨਹੀਂ ਕਰਨੀ। ਪਰ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਇੱਛਾ ਦਾ ਤਿਆਗ ਕਰਕੇ
ਆਪਦੇ ਘਰ ਪਹੁੰਚਣਾ, ਜਾਗਣਾ, ਗੁਰ ਕਿਰਪਾ ਲੈਣੀ ਹੈ, ਗਿਆਨ, ਗੁਰ ਸ਼ਬਦ ਦਾ ਗਿਆਨ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਫਿਰ ਆਪਾਂ ਅੰਮ੍ਰਿਤ ਬਾਣੀ ਦਾ ਜਸ ਕਰਨਾ ਹੈ। ਇਹੀ ਸੇਵਾ ਵਾ, ਸਮਝਾਉਣਾ, ਪਹਿਲਾਂ ਆਪ ਸਮਝਣਾ। ਉਹੀ ਸਤਿਗੁਰ ਸਮਝਾਉਂਦੇ ਨੇ, ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਵਡਿਆਈਆਂ ਵੀ ਉਹਦੇ ਹੱਥ 'ਚ ਨੇ। ਵਡਿਆਈ ਤਾਂ ਉਹਦੀ ਹੈ ਭਾਈ, ਜਿਹੜਾ ਸਾਰਿਆਂ ਦਾ ਪ੍ਰਤਪਾਲਕ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਤਰਖਾਈ ਖਾਏ। ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਵਾ, ਆਜ਼ਾਦੀ ਸ੍ਰਿਸ਼ਟੀ ਸਾਜੀ ਹੈ, ਜੁਗ ਤੋਂ ਭਾਵ ਸਮਾਂ, ਸਾਰਿਆਂ ਦੀ ਪ੍ਰਤਪਾਲ ਕਰ ਰਿਹਾ। ਵਡਿਆਈ ਤਾਂ ਫਿਰ ਉਹਦੀ ਹੈ। ਵਡਿਆਈ ਕਰਦੇ ਕਰਦੇ ਉਹਦੀ ਵੱਡੇ ਧੜੇ ਜਾ ਰਹੇ ਨੇ ਅਸੀਂ। ਪਹਿਲਾਂ ਸੰਸਾਰੀ ਵਡਿਆਈ ਕਰਦੇ ਹਾਂ, ਆਪਦੀ ਵੀ ਕਰਾਉਂਦੇ ਹਾਂ, ਸੰਸਾਰ ਦੀ ਵੀ ਕਰਦੇ ਹਾਂ, ਫਿਰ ਨਹੀਂ ਕਰਦਾ। ਗੁਰਸਿੱਖ ਨਹੀਂ ਵਡਿਆਈ ਕਰਦਾ ਹੁੰਦਾ ਕਿਸੇ ਦੀ। ਗੁਰਸਿੱਖ ਤਾਂ ਕੁਦਰਤੀ ਵਡਿਆਈ ਕਰਦਾ ਵਾ। ਗੁਰਸਿੱਖ ਤੋਂ ਭਾਵ ਗੁਰੂ ਕਾ ਸਿੱਖ, ਸਿੱਖੀ ਸਿੱਖਿਆ ਗੁਰ ਵਿਚਾਰ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਨਦਰੀ ਕਰਮ ਲੰਘਾਵੇ ਪਾਰ, ਫਿਰ ਤਾਂ ਪਾਰ ਲੰਘਦਾ। ਉਹੀ ਤਾਂ ਗੁਰਸਿੱਖ ਹੈ ਭਾਈ। ਸਰੀਰ 'ਚ ਰਹਿੰਦੇ ਰਹਿੰਦੇ ਆਪਦੇ ਘਰ ਪਹੁੰਚ ਜਾਂਦੇ ਨੇ ਦੇਵ ਲੋਕ। ਉੱਥੋਂ ਹੀ ਆਏ ਆ ਆਪਾਂ, ਦੁਬਾਰਾ ਉੱਥੇ ਜਾਗ ਕੇ ਜਾਣਾ, ਸੁੱਤੇ ਨਹੀਂ ਜਾਣਾ ਹੈਗਾ। ਸੁੱਤੇ ਚਲੇ ਗਏ ਫਿਰ ਜੰਮਣ ਮਰਨ ਚਲੇ ਜਾਵਾਂਗੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ। ਇਹਦਾ ਭਾਵ ਵੀ ਹੋਈ ਹੈ, ਜਾਗਣਾ ਹੈ ਭਾਈ। ਜਗਾਉਂਦੀ ਹੈ ਬਾਣੀ ਆਪਾਂ ਨੂੰ, ਕਿਵੇਂ ਕਿਵੇਂ ਪਾਲ ਰਿਹਾ, ਸਾਰਿਆਂ 'ਤੇ ਕਰਮ ਭਾਵ ਕਿਰਪਾ ਕਰ ਰਿਹਾ ਵਾ। ਫਿਰ ਅਸੀਂ ਵੱਡੇ ਧੜੇ ਚਲੇ ਜਾਂਦੇ ਹਾਂ, ਫਿਰ ਵੱਡੇ ਦੀਆਂ ਵਡਿਆਈ ਕਰਦੇ। ਉਹ ਹੈ ਹੀ ਵੱਡਾ, ਕਹਿਣ ਨਾਲ ਨਹੀਂ ਵੱਡਾ ਹੁੰਦਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਕ, ਦਿੰਦਾ ਰਹੇ ਨਾ ਚੁੱਕੇ ਭੋਗ। ਉਹ ਚੁੱਕਦੇ ਨਹੀਂ, ਸਾਰੇ ਜੀਵਨ ਨੂੰ ਦੇ ਰਿਹਾ, ਵੱਡਾ ਵਾ। ਸਾਰੀ ਸ੍ਰਿਸ਼ਟੀ ਉਹਦਾ ਵਿਰੋਧ ਕਰੇ, ਉਹ ਘਟਦਾ ਨਹੀਂ ਹੈਗਾ। ਸਾਨੂੰ ਫਰਕ ਪੈ ਜਾਂਦਾ, ਸੰਸਾਰ ਸਾਡੀ ਵਡਿਆਈ ਕਰਦੇ ਵੀ, ਸਾਡਾ ਹੰਕਾਰ ਵੱਧ ਜਾਂਦਾ ਹੈ। ਸਾਡਾ ਕੋਈ ਵਿਰੋਧ ਕਰਦੇ ਅਸੀਂ ਡਰ ਜਾਂਦੇ ਹਾਂ, ਭੈਭੀਤ ਹੋ ਜਾਂਦੇ ਹਾਂ। ਸਾਡੇ 'ਚ ਕਮੀਆਂ ਨੇ, ਉਹ ਪੂਰਨ ਹੈ, ਉਹ ਸਰੀਰ ਤੋਂ ਪਰੇ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹੀ ਤਾਂ ਬਾਣੀ ਸਮਝਾ ਰਹੀ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ। ਜੰਮਣ ਮਰਨ ਤੋਂ ਪਰੇ ਹੈ, ਨਾ ਉਹਦੇ ਘਰ ਸੋਗ ਹੈ, ਖੁਸ਼ੀਆਂ ਰਹਿੰਦੀਆਂ। ਸੁਖਮਨੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਆਨੰਦ ਰੂਪ ਸਤਮੰਗਲ ਜਾ ਕੇ, ਸਰਬ ਥੂਕ ਸੁਣੀਏ ਘਰ ਜਾ ਕੇ। ਸਾਰਾ ਕੁਛ ਹੀ ਉਹਦਾ। ਆਨੰਦ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਉਹ ਭਾਈ ਉਹਦੀ ਕਿਰਪਾ ਨੇ ਦਿੱਤਾ। ਜੇ ਕਿਸੇ ਨੂੰ ਬਣਦਾ ਵਾ ਦੇਤਾ ਉਹਨੇ, ਉਹਦੀ ਮਰਜ਼ੀ ਹੈ। ਕਦੇ ਜੀਵ ਰਾਜਾ ਹੈ, ਕਦੇ ਭਿਖਾਰੀ। ਜੇ ਇੱਧਰ ਨੂੰ ਜਾਵਾਂਗੇ ਫਿਰ ਨਹੀਂ ਆਪਾਂ ਹੁਕਮ ਨਾਲ ਜੁੜ ਸਕਦੇ। ਫਿਰ ਤਾਂ ਵਿਰੋਧ ਰਹਿੰਦਾ ਹੀ ਰਹਿੰਦਾ ਸੰਸਾਰ 'ਚ। ਜਿਸ ਗ੍ਰਹਿ ਜ਼ਿਆਦਾ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਫਿਰੇ ਪਰਮੰਤਾ। ਇਹ ਤਾਂ ਫਿਰ ਐਂ ਚੱਲੂ ਕੰਮ। ਫਿਰ ਦੋ ਅਵਸਥਾ ਤੇ ਜੋ ਮੁਕਤਾ, ਸੋ ਸਹੇਲਾ ਪਾਲੀਏ। ਫਿਰ ਸੁੱਖ ਸਾਗਰ ਪਹੁੰਚਣਾ ਆਪਾਂ, ਜੇ ਆਪਾਂ ਦੋਨੇ ਛੱਡ ਦਾਂਗੇ। ਆਏ ਦੀ ਖੁਸ਼ੀ ਨਹੀਂ, ਗਏ ਦੀ ਗਮੀ ਨਹੀਂ, ਫਿਰ ਇਹ ਪ੍ਰਾਪਤੀ ਹੁੰਦੀ ਹੈ। ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਇੰਦਾ। ਸਾਰਿਆਂ ਨੂੰ ਸਿਰਜਿਆ ਉਹਨੇ, ਸਿਰਜਣਹਾਰ ਹੈ ਉਹ। ਸਿਰ ਭਾਵ ਹੁਕਮ ਤੋਂ ਫਿਰ ਧੰਦੇ ਵੀ ਲਾਇਆ ਸੰਸਾਰ ਉਹਨੇ। ਸਾਰਿਆਂ ਨੂੰ ਕੰਮਕਾਰ ਵੀ, ਰੋਜੀ ਰੋਟੀ ਵੀ ਦਿੱਤੀ ਹੈ। ਗਿਆਨ ਦਿੱਤਾ ਹੈ ਉਹਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤਿ ਸੁਭਾਵੇ ਨਾਨਕਾ। ਸਾਈਂ ਗੱਲ ਚੰਗੀ। ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਸਾਡੀ, ਉਹੀ ਹਰ, ਉਹਦੇ ਰਾਹੀਂ ਤਾਂ ਸਾਰਾ ਕੁਛ ਮਿਲ ਰਿਹਾ ਆਪਾਂ ਨੂੰ। ਆਪਾਂ ਸਰੀਰ 'ਚ ਰਹਿੰਦੇ ਰਹਿੰਦੇ ਇੱਕ ਹੋਣਾ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਯੁੱਗ ਮੇ ਇੱਕ ਇੱਕ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਦੁਬਾਰਾ ਫਿਰ ਛੁਟਕਾਰਾ ਪਾਉਣਾ ਆਪਾਂ। ਨਜ਼ਰੋਂ ਪੱਠੀ ਜੇ ਕਰੇ, ਸੁਲਤਾਨੂ ਘਾਹ ਕਰੇਂਦਾ। ਜੇ ਪੁੱਠੀ ਨਜ਼ਰ ਕਰ ਲਵੇ, ਫਿਰ ਸੁਲਤਾਨ ਨੂੰ ਘਾਹ ਦੇ ਵਿੱਚ ਮਿਲਾ ਦਿੰਦਾ ਹੈ। ਘਾਹ ਤੋਂ ਭਾਵ ਫਰੀਦਾ ਖਾਕ ਨਾ ਨਿੰਦੀ, ਇਹ ਖਾਕੂ ਜੇ ਵੜਨਾ ਕੋਏ, ਜੀਵਦੇ ਆ ਪੈਰਾਂ ਮੋਇਆਂ ਉੱਪਰ ਭੋਏ। ਆ ਸਰੀਰ ਦੀ ਹੁਣ ਕਦਰ ਨਹੀਂ ਕਰਦੇ ਅਸੀਂ। ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਾਇਆ ਦੇ ਨਾਲ ਸਰੀਰ ਨਾਲ ਜੁੜ ਕੇ ਜਾ ਰਿਹਾ ਸਾਡਾ। ਫਿਰ ਸਾਨੂੰ ਇਹ ਜਨਮ ਲੈਣ ਖਾਤਰ ਚਾਰੇ ਖਾਣੀਆਂ 'ਚ ਘੁੰਮਣਾ ਪਊਗਾ। ਅੰਡ ਜੇਰ ਸੇਤ 'ਚ ਉਤਪਜ ਬਨਸਪਤੀ 'ਚ ਘਾਹ ਸਭ ਤੋਂ ਥੱਲੇ ਦੀ ਜੂਨੀ ਹੈ। ਸਤਿਗੁਰ ਸਮਝਾ ਰਹੇ ਨੇ, ਸੁਲਤਾਨ ਨੂੰ ਘਾਹ 'ਚ ਮਿਲਾ ਦਿੰਦਾ। ਉਹ ਘਾਹ ਦੇ ਉੱਪਰ ਪੈਰ ਲਤੜ ਲਤੜ ਨਿੰਘਦੇ ਆ। ਫਿਰ ਆਪਾਂ ਸਾਰੇ ਗੰਦ ਸੁੱਟਦੇ ਹਾਂ ਉੱਪਰ। ਜਾਨਵਰ ਵੀ ਉਹਦੇ ਉੱਪਰ ਖੇਲਦੇ ਨੇ, ਜਾਨਵਰ ਵੀ ਉਹਦੇ ਉੱਪਰ ਗੰਦ ਪਾਉਂਦੇ ਨੇ। ਦੇਖ ਲਓ, ਘਾਹ 'ਚ ਮਿਲਾ ਦਿੰਦਾ। ਜੇ ਉਹਦੀ ਨਜ਼ਰੋਂ ਪੱਠੀ ਹੋ ਜਾਵੇ, ਉਹਦੀ ਕਿਰਪਾ ਲੈਣੀ ਆ ਭਾਈ। ਉਹ ਕਰਮ ਤਾਂ ਉਹ ਕਰ ਰਿਹਾ ਸੀ, ਆਪਾਂ ਕਰਮ ਕਰਨ ਲੱਗ ਗਏ ਸੰਸਾਰ 'ਤੇ। ਆਪਸ ਕੋ ਜੋ ਕਰਮ ਬੱਤ ਕਹਾਵੇ, ਜਨਮ ਮਰੇ ਬਹੁਤ ਪ੍ਰਭਾਵੇ। ਫਿਰ ਜੁਮ ਨਹੀਂ ਜਾਣਾ ਪੂ ਜੰਮਣ ਮਰਨ ਨੂੰ ਭਾਈ। ਆਪ ਹੀ ਕਰਮ ਬੱਤ ਕਹਾਉਣ ਲੱਗ ਗਏ ਆਪਾਂ ਤਾਂ। ਕਿਰਪਾ ਉਹ ਕਰ ਰਹੇ, ਅਸੀਂ ਆਪ ਵਿਚਾਰ ਕੇ ਤਾਂ ਦੇਖੋ। ਜਦੋਂ ਅਸੀਂ ਜਨਮ ਲੈਂਦੇ ਹਾਂ, ਸਾਡੇ ਕੋਲ ਹੁੰਦਾ ਕੁਛ? ਕਿਵੇਂ ਰੋਂਦਾ ਹੁਕਮ ਟੁੱਟ ਕੇ, ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕੀ ਸੀ ਉਦੋਂ? ਨੰਗਾ ਆਇਆ ਵਾ, ਨੰਗਾ ਦੋ ਜਗ ਚਾਲਿਆ। ਉਵੇਂ ਮੁੜ ਜਾਂਗੇ ਫਿਰ ਆਪਾਂ।
ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛਤਾਵਣਾ। ਔਗਣ ਨਹੀਂ ਪਾਉਣੇ ਭਾਈ, ਗੁਣਾਂ ਦੀ ਕਮਾਈ ਕਰਨੀ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਬਾਣੀ 'ਚੋਂ ਗਿਆਨ ਪੈਦਾ ਹੁੰਦਾ, ਗੁਣ ਪੈਦਾ ਹੁੰਦੇ, ਭੈ ਤੋਂ ਮੁਕਤੀ ਮਿਲਦੀ ਹੈ ਸਾਨੂੰ। ਇਹ ਆਤਮਾ ਦੇ ਗੁਣ ਨੇ। ਨਿਰਵੈਰ ਸੰਸਾਰ ਨਾਲ ਬੈਰ ਵਿਰੋਧ ਖਤਮ, ਕਾਲ ਤੋਂ ਮੁਕਤ, ਅਜੂਨੀ ਸਰੀਰ 'ਚ ਰਹਿੰਦੇ ਹੁੰਦੇ। ਅਜੂਨੀ ਸਰੀਰ ਦਾ ਪ੍ਰੇਮ ਛੱਡ ਕੇ ਆਪਦੇ ਘਰ ਪਹੁੰਚਣਾ। ਇਹ 4 ਗੁਣਾਂ ਦੀ ਪ੍ਰਾਪਤੀ ਕਰਨੀ ਆਪਾਂ। ਇਹ ਗੁਰਬਾਣੀ 'ਚੋਂ ਪ੍ਰਾਪਤ ਹੋਣੇ ਆਪਾਂ ਨੂੰ। 4 ਪਦਾਰਥ ਨੇ, 4 ਖਾਣੀਆਂ ਨੇ, 4 ਬਾਣੀਆਂ ਨੇ, 4 ਲਾਵਾਂ ਨੇ, 4 ਦਰਸ਼ਨ ਨੇ। ਇਹ ਕਦੋਂ ਪ੍ਰਾਪਤ ਕਰਾਂਗੇ ਆਪਾਂ? ਇਹ ਟਾਰਗੇਟ ਹੈ ਆਪਣਾ। ਇਹ ਗੁਰਬਾਣੀ ਕਿਰਪਾ ਕਰਦੀ ਹੈ, ਉਹੀ ਤਾਂ ਕਰਮ ਕਰ ਰਿਹਾ ਆਪਣੇ 'ਤੇ, ਉਹੀ ਤਾਂ ਕਿਰਪਾ ਲੈਣੀ ਹੈ ਉਹਦੀ ਆਪਾਂ। ਪਲ ਪਲ ਆਪਾਂ ਨੂੰ ਕਿਰਪਾ ਦੀ ਲੋੜ ਆ ਦਾਤੇ ਦੀ। ਸਾਡਾ ਸਾਹ ਤਾਂ ਉਹਦੀ ਕਿਰਪਾ ਨਾਲ ਚੱਲਦਾ ਵਾ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਉਹਦੀ ਕਿਰਪਾ ਤੋਂ ਬਿਨਾਂ ਕਿਵੇਂ ਕਮਾਈ ਕਰਾਂਗੇ? ਸਾਹ ਹੀ ਨਹੀਂ ਆਊਗਾ। ਫਿਰ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ, ਘੇਲ ਕਰੇਂਦੇ ਅੰਚ ਨੂੰ ਚਿੰਤੇ ਆਵਾਜ਼ ਪਈ, ਘੇਲਾਂ ਵਿਸਰੀਆਂ। ਫਿਰ ਐਂ ਹੁੰਦਾ, ਫਿਰ ਰੋਣ ਪਿੱਟਣ ਲੱਗ ਜਾਂਦੇ ਜਦੇ ਅਸੀਂ। ਇਸ ਕਰਕੇ ਭਾਈ ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਬਾਰ। ਜਿਉਂ ਬਨ ਫਲ ਪਾਕੇ ਭੋਏ ਗਰੇ, ਬੋਹਰ ਨਾ ਲਾਗੇ ਡਾਰ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰੈਂਦਾ, ਦਰ ਮੰਗਣ ਭਿੱਖ ਨਾ ਪੈਂਦਾ। ਫਿਰ ਭਿੱਖਿਆ ਨਹੀਂ ਮਿਲਣੀ ਆਪਾਂ ਨੂੰ। ਭਿੱਖਿਆ ਕੀ ਹੈ? ਨਾਮ। ਸੰਸਾਰੀ ਭਿੱਖਿਆ ਦੀ ਗੱਲ ਨਹੀਂ ਭਾਈ। ਮਾਇਆ ਨੂੰ ਤਾਂ ਬਾਣੀ ਮੰਨਦੇ ਨਹੀਂ। ਉਹ ਤਾਂ ਦਿੱਤਾ ਹੀ ਸਾਰਾ ਕੁਛ ਉਹਨੇ। ਜਾਨਵਰ ਕਿਹੜਾ ਪਾਠ ਕਰਦੇ ਨੇ? ਜਾਨਵਰ ਕਿਹੜਾ ਤੀਰਥ ਕਰਦੇ ਨੇ? ਜਿਹੜੇ ਬਹੁਤ ਧਨਾੜ ਧਨਵੰਤ ਹੁੰਦੇ ਆ ਬਹੁਤ, ਉਹ ਕੀ ਕਰਦੇ? ਰੋਜ਼ ਪਾਠ ਕਰਦੇ ਆ। ਉਹ ਕੁਦਰਤ ਦੇ ਗੀਤ ਗਾਉਂਦੇ ਆ। ਉਹ ਤਾਂ ਲੁੱਟਦੇ ਆ ਲੋਕਾਂ ਨੂੰ। ਪਰ ਫਿਰ ਵੀ ਦਿੰਦਾ ਦਾ ਸੁਭਾਅ ਆ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗਾਂਤਰ ਖਾਈ। ਉਹਦਾ ਸੁਭਾਅ ਦੇ ਰਿਹਾ। ਦੇਹ ਦਿਲਾਵਰ ਦਿੰਦਾ ਵਾ, ਉਹਦਾ ਸੁਭਾਅ ਆ। ਇਹ ਨਾਮ ਦੀ ਭਿੱਖਿਆ ਭਾਈ। ਹਮ ਭੀਖ ਭਿਖਾਰੀ ਤੇਰੇ, ਮੰਗੂ ਇੱਕ ਨਾਮਾ। ਇਹ ਮੰਗਣਾ ਆਪਾਂ, ਇਹ ਭਿੱਖਿਆ 'ਚ ਪਾਉਣਾ ਆਪਾਂ ਝੋਲੀ 'ਚ ਭਾਈ। ਪਹਿਲਾਂ ਆਪਾਂ ਨੂੰ ਗੁਰੂ ਸ਼ਬਦ 'ਚੋਂ ਗਿਆਨ ਹੋਊ। ਪਹਿਲਾ ਪਦਾਰਥ, ਫਿਰ ਸੰਤੋਖ ਹੋਊ। ਦੂਜਾ ਪਦਾਰਥ, ਤੀਜਾ ਫਿਰ ਨਾਮ, ਚੌਥਾ ਜਨਮ ਸੱਚਖੰਡ ਵਾਸੀ। ਪਰ ਆਪਾਂ ਤਾਂ ਬੋਰਡ ਮਾਰ ਕੇ ਬਾਹਰ ਹੀ ਬਹਿ ਗਏ। ਸਾਰੀਆਂ ਡਿਗਰੀਆਂ ਇੱਥੇ ਪ੍ਰਾਪਤ ਕਰ ਲਈਆਂ, ਫਿਰ ਘਰ ਕਿਵੇਂ ਪਹੁੰਚਾਂਗੇ ਭਾਈ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਉਹਦੀ ਨਜ਼ਰ ਦੇ ਪਾਤਰ ਬਣੀਏ, ਉਹਦੀ ਕਿਰਪਾ ਕਰਮ ਦੇ ਪਾਤਰ ਬਣੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।